ਨਾਨਕ ਸਿੰਘ ਦਾ ਨਾਵਲ ਅੱਧ ਖਿੜਿਆ ਫੁੱਲ ਦਾ 9ਵਾਂ ਅੰਕ। ਫਰੰਟੀਅਰ ਐਕਸਪ੍ਰੈਸ ਆਪਣੀ ਤੇਜ਼ ਚਾਲੇ ਉੱਡੀ ਜਾ ਰਹੀ ਸੀ। ਉਸ ਤੋਂ ਵੀ ਕਈ ਗੁਣਾ ਤੇਜ਼ ਉਡਾਰੀ 'ਚ ਉੱਡ ਰਹੀ ਸੀ ਕੁਲਦੀਪ ਦੀ ਕਲਪਨਾ। ਉਹਦੇ ਘਰ ਪਹੁੰਚਣ ਵਿੱਚ ਅਜੇ ਕਈ ਘੰਟੇ ਬਾਕੀ ਸਨ, ਪਰ ਉਹਦਾ ਸੂਖਮ ਸਰੀਰ ਇੱਕੋ ਉਡਾਰੀ 'ਚ ਘਰ ਪਹੁੰਚਣਾ ਚਾਹੁੰਦਾ ਸੀ। ਰਾਤੀ ਗੱਡੀ 'ਚ ਭੀੜ ਹੋਣ ਕਰਕੇ ਉਹਨੂੰ ਸਾਰੀ ਰਾਤ ਜਾਗਣਾ ਪਿਆ ਸੀ ਤੇ ਹੁਣ ਉਹਦੀਆਂ ਅੱਖਾਂ 'ਚ ਨੀਂਦਰ ਭਰੀ ਹੋਈ ਸੀ। ਇਸ ਡੱਬੇ 'ਚ ਹੋਰ ਕਈ ਸਵਾਰੀਆਂ ਸਨ, ਪਰ ਬਹੁਤੀ ਭੀੜ ਨਹੀਂ ਸੀ। ਉਹ ਆਰਾਮ ਨਾਲ ਬਾਰੀ ਦੀ ਫੱਟੀ ਨਾਲ ਢੋਹ ਲਾ ਕੇ ਦੋਵੇਂ ਪੈਰ ਸਾਹਮਣੀ ਸੀਟ 'ਤੇ ਟਿਕਾਈ ਬੈਠਾ ਸੀ। ਵਕਤ ਬੀਤਣ 'ਚ ਨਹੀਂ ਸੀ ਆਉਂਦਾ। ਗੱਡੀ ਪੂਰੀ ਤੇਜ਼ੀ ਨਾਲ ਚੱਲ ਰਹੀ ਸੀ, ਪਰ ਕੁਲਦੀਪ ਲਈ ਬੜੀ ਢਿੱਲੀ ਸੀ। ਉਹ ਚਾਹੁੰਦਾ ਸੀ ਇੱਕ ਵਾਰੀ ਅੱਖ ਮੀਟਣ ਤੋਂ ਬਾਅਦ ਜਦ ਉਹਦੀਆਂ ਅੱਖਾਂ ਖੁੱਲ੍ਹਣ ਤਾਂ ਉਹ ਪੇਸ਼ਾਵਰ ਸਦਰ ਦੇ ਸਟੇਸ਼ਨ 'ਤੇ ਹੋਵੇ। ਲੰਮੀਆਂ ਤੇ ਅਕੇਵੀਆਂ ਘੜੀਆਂ ਕਿਸ ਤਰ੍ਹਾਂ ਬੀਤ ਜਾਣ, ਇਸ ਖਿਆਲ ਨਾਲ ਉਹ ਇੱਕ ਅਖਬਾਰ ਜਿਹੜਾ ਨਾਲ ਦੇ ਮੁਸਾਫਰ ਨੇ ਪੜ੍ਹ ਕੇ ਸੀਟ 'ਤੇ ਰੱਖ ਛੱਡਿਆ ਸੀ, ਲੈ ਕੇ ਪੜ੍ਹਨ ਲੱਗ ਪਿਆ। ਪਰ ਅਖਬਾਰ ਅੱਖਰਾਂ ਵਿੱਚੋਂ ਉਹਨੂੰ ਸਤਵੰਤ ਤੇ ਵੱਖੋ ਵੱਖਰੀਆਂ ਅਦਾਵਾਂ 'ਚ ਨਜ਼ਰ ਹੀ ਆ ਰਹੀ ਸੀ। ਅਖਬਾਰ ਮਾਨੋ ਫਿਲਮ ਬਣ ਕੇ ਉਹਦੀਆਂ ਅੱਖਾਂ ਅੱਗੇ ਚੱਲ ਰਿਹਾ ਸੀ। ਖਿਆਲ ਹੀ ਖਿਆਲ 'ਚੋਂ ਪੇਸ਼ਾਵਰ ਜਾ ਪਹੁੰਚਿਆ। ਟਾਂਗੇ ਤੋਂ ਉਤਰਦਿਆਂ ਉਹਦੀ ਨਜ਼ਰ ਆਪਣੇ ਮਕਾਨ ਦੇ 2 ਮੰਜ਼ਲੇ 'ਤੇ ਪਈ। ਬਾਜ਼ਾਰ ਵੱਲ ਦੀ ਬਾਰੀ 'ਚੋਂ ਸਿਰ ਕੱਢੀ ਸਤਵੰਤ ਉਹਨੂੰ ਦਿਖਾਈ ਦਿੱਤੀ, ਜਿਹਦੀ ਚੂੜੇ ਵਾਲੀ ਬਾਂਹ ਸਭ ਤੋਂ ਪਹਿਲਾਂ ਉਸ ਵੇਖੀ। ਦੂਜੇ ਪਲ ਸਤਵੰਤ ਉਹਦੀਆਂ ਬਾਹਾਂ 'ਚ ਸੀ, ਜਿਹਦਾ ਲੁਭਾਉਣਾ ਚਿਹਰਾ ਹੰਝੂਆਂ ਨਾਲ ਭਿੱਜਾ ਹੋਇਆ ਸੀ। ਕੁਲਦੀਪ ਦਾ ਵੀ ਇਹੋ ਹਾਲ ਸੀ। ਦੋਹਾਂ ਉੱਤੇ ਮਿਲਾਪ ਦੀ ਖਾਮੋਸ਼ੀ ਛਾਈ ਹੋਈ ਸੀ। ਉਹਨਾਂ ਨੂੰ ਮਿਲਿਆਂ ਜਿਵੇਂ ਕਈ ਜਨਮ ਬੀਤ ਗਏ ਸਨ। ਇਹ ਪ੍ਰੇਮ ਆਲਿੰਗਨ 'ਚ ਕਿੰਨਾ ਹੀ ਚਿਰ ਦੋਵੇਂ ਬੇਖੁਦ ਰਹੇ ਤੇ ਇਹ ਬੇਖੁਦੀ ਉਦੋਂ ਟੁੱਟੀ ਜਦੋਂ ਭੁਚਾਲ ਵਰਗਾ ਇੱਕ ਝੂਟਾ ਜਿਹਾ ਆਇਆ। ਉਹਦੀਆਂ ਬਾਹਾਂ 'ਚ ਘੁੱਟੀ ਹੋਈ ਸਤਵੰਤ ਕੜਮ ਕਰਕੇ ਭੁੰਜੇ ਡਿੱਗ ਪਈ। ਕੁਲਦੀਪ ਨੇ ਅੱਖਾਂ ਖੋਲ੍ਹੀਆਂ। ਗੱਡੀ ਨੌਸ਼ਹਿਰੇ ਸਟੇਸ਼ਨ 'ਤੇ ਰੁਕੀ ਵਿਖਾਈ ਦਿੱਤੀ। ਨਾਲ ਦਾ ਮੁਸਾਫਰ ਕਹਿ ਰਿਹਾ ਸੀ, ਕਿੱਡੇ ਜ਼ੋਰ ਦਾ ਝਟਕਾ ਵੱਜਾ, ਮੈਂ ਤੇ ਡਿੱਗੀ ਪੈਣ ਲੱਗਾ ਸਾਂ। ਤੇ ਵਿਚਕਾਰਲੀ ਸੀਟ 'ਤੇ ਇੱਕ ਬੁੱਢਾ ਜਿਹਾ ਪਠਾਨ ਵੱਖੀ ਪਰਨੇ ਲੰਮਾ ਪਿਆ ਹੋਇਆ ਸੀ। ਉਹਦੀ ਸਰਹੰਦੀ ਵੱਲ ਇੱਕ ਬੁਰਕੇ ਵਾਲੀ ਜਨਾਨੀ ਬਾਰੀ ਵੱਲ ਨਾਲ ਪਿੱਠ ਜੋੜੀ ਊਂਘ ਰਹੀ ਸੀ। ਪੈਂਦ ਵੱਲ ਇੱਕ 12-14 ਵਰ੍ਹਿਆਂ ਦਾ ਪੰਜਾਬੀ ਮੁੰਡਾ ਸਾਹਮਣੀ ਬਾਰੀ ਥਾਣੀ ਬਾਹਰ ਦੇ ਦ੍ਰਿਸ਼ ਵੇਖਦਾ ਹੋਇਆ ਹੌਲੀ ਹੌਲੀ ਕੁਝ ਗਾ ਰਿਹਾ ਸੀ। ਛੇਕਣਲੀ ਸੀਟ 'ਤੇ ਇੱਕ ਮੁਸਲਮਾਨੀ ਟੱਬਰ ਸੀ। ਕੁਲਦੀਪ ਦੇ ਮੂੰਹ ਅੱਗੇ ਅਖਬਾਰ ਸੀ, ਪਰ ਅਸਲ 'ਚ ਉਹ ਨਾ ਅਖਬਾਰ ਪੜ੍ਹ ਰਿਹਾ ਸੀ, ਨਾ ਹੀ ਉਹਦਾ ਧਿਆਨ ਦੂਜੇ ਮੁਸਾਫਰਾਂ ਵੱਲ ਸੀ। ਉਹਦੇ ਦੋਹਾਂ ਹੱਥਾਂ 'ਤੇ ਇੱਕ 3 ਕੁ ਮਹੀਨਿਆਂ ਦਾ ਬੱਚਾ ਸੀ। ਗੋਰਾ ਨਿੱਛੋ, ਮੱਖਣ ਦੇ ਪੇੜੇ ਵਰਗਾ ਕੂਲਾ ਤੇ ਰੂੰ ਦੇ ਗੋਹੜੇ ਵਰਗਾ ਗੁਦਗੁਦਾ, ਮੋਟੀਆਂ ਅੱਖਾਂ ਤੇ ਲੁੱਸ-ਲੁੱਸ ਕਰਦਾ ਪਿੰਡਾ, ਜਿਹੜਾ ਕੁਲਦੀਪ ਦੀਆਂ ਅੱਖਾਂ 'ਚ ਅੱਖਾਂ ਗੱਡੀ ਗੁੱਟਕ ਰਿਹਾ ਸੀ। ਉਹਨੇ ਬੱਚੇ ਨੂੰ ਛਾਤੀ ਨਾਲ ਲਾਇਆ ਹੋਇਆ ਸੀ। ਉਹਨੂੰ ਇੰਝ ਅਨੁਭਵ ਹੋਇਆ ਜਿਵੇਂ ਪਿੱਠ ਤੀਕ ਉਹਦਾ ਅੰਦਰ ਕਿਸੇ ਮਿੱਠੇ ਸੁਆਦ ਨਾਲ ਭਰ ਗਿਆ ਹੈ। ਸਾਹਮਣੇ ਖੜੀ ਮੁਸਕਰਾ ਰਹੀ ਸੀ ਸਤਵੰਤ, ਜਿਹਦੀਆਂ ਅੱਖਾਂ ਵਿੱਚ ਅੱਥਰੂਆਂ ਦੀ ਥਾਂ ਪ੍ਰੇਮ ਖੁਮਾਰੀ ਸੀ। ਮਾਂ ਨੂੰ ਵੇਖ ਕੇ ਬੱਚਾ ਰੋ ਪਿਆ। ਸਤਵੰਤ ਨੇ ਦੋਵੇਂ ਹੱਥ ਵਧਾ ਕੇ ਉਹਨੂੰ ਲੈਣਾ ਚਾਹਿਆ, ਪਰ ਕੁਲਦੀਪ ਉਹਨੂੰ ਛੱਡਣਾ ਹੀ ਨਹੀਂ ਸੀ ਚਾਹੁੰਦਾ। ਇਸ ਖਿੱਚਾ ਖਿੱਚੀ 'ਚ ਬੱਚਾ ਲੱਤਾਂ ਭੁੜਕਾਉਂਦਾ ਹੋਇਆ ਰੋਣ ਲੱਗਾ। ਫਿਰ ਵੀ ਕੁਲਦੀਪ ਨੇ ਉਹਨੂੰ ਨਾ ਛੱਡਿਆ। ਉਲਟਾ ਉਹਨੇ ਸਤਵੰਤ ਦੀ ਵੇਣੀ ਫੜ ਲਈ, ਜਿਸ 'ਚ ਫਸਿਆ ਹੋਇਆ ਲਾਲ ਚੂੜਾ ਉਹਦੀਆਂ ਅੱਖਾਂ ਅੱਗੇ ਚਮਕ ਰਿਹਾ ਸੀ। ਬਾਂਹ ਵਧੇਰੇ ਘੁੱਟਣ ਕਰਕੇ ਸਤਵੰਤ ਚੀਕ ਉੱਠੀ। ਬੱਚਾ ਹੋਰ ਉੱਚੀ ਉੱਚੀ ਰੋਣ ਲੱਗਾ, ਪਰ ਕੁਲਦੀਪ ਨੂੰ ਇਹਦਾ ਕੋਈ ਖਿਆਲ ਨਹੀਂ ਸੀ। ਉਹਦੀਆਂ ਅੱਖਾਂ ਅੱਗੇ ਚੂੜਾ ਸੀ। ਕੰਨਾਂ ਵਿੱਚ ਹੁਣ ਵੀ ਅਹਿਮਦ ਖਾਨ ਦੀ ਉਹ ਮਸਖਰੀ ਚੂੜੇ ਵਾਲੀ ਉਹਨੂੰ ਸੁਣਾਈ ਦੇ ਰਹੀ ਸੀ। ਚੂੜੇ ਵਾਲੀ ਬਾਂਹ ਦੇ ਨਾਲ ਹੀ ਬੱਚਾ ਉਹਦੇ ਹੱਥੋਂ ਛੁੱਟ ਗਿਆ। ਗੱਡੀ ਪੇਸ਼ਾਵਰ ਸ਼ਹਿਰ ਦੇ ਸਟੇਸ਼ਨ 'ਤੇ ਖੜੀ ਸੀ। ਵਿਚਕਾਰਲੀ ਸੀਟ 'ਤੇ ਸੁੱਤੇ ਹੋਏ ਬੁੱਢੇ ਪਠਾਨ ਦੀ ਪੈਂਦ ਵੱਲ ਬੈਠਾ ਇੱਕ ਪੰਜਾਬੀ ਮੁੰਡਾ ਗਾ ਰਿਹਾ ਸੀ, ਹਾੜਾ ਨੀ ਚੂੜੇ ਵਾਲੀ, ਬਾਂਹ ਕੱਢ ਕੇ ਹੱਥ ਸੋਚ ਕੇ ਗੰਦਲ ਨੂੰ ਪਾਈ ਨੀ ਚੂੜੇ ਵਾਲੀ, ਹਾੜਾ ਨੀ ਚੂੜੇ ਵਾਲੀ। ਤੇ ਪਾਰਲੀ ਸੀਟ 'ਤੇ ਮੁਸਲਮਾਨੀ ਤੀਵੀਂ ਦੇ ਕੁੱਛੜ ਦਾ ਬਾਲ ਰੋ ਰਿਹਾ ਸੀ। ਵੱਡਾ ਮੁੰਡਾ ਉਹਦੀ ਟੋਪੀ ਲਾਹੁੰਦਾ ਸੀ ਤੇ ਮਾਂ ਉਹਨੂੰ ਗੁੱਸੇ ਹੁੰਦੀ ਸੀ। ਮੁੰਡੇ ਦੇ ਨਾ ਟਲਣ ਕਰਕੇ ਪਿਓ ਨੇ ਜੋ ਧੱਪਾ ਮਾਰਿਆ, ਉਹ ਗੱਡੀ ਖਲੋਣ ਦੇ ਹੁਜਕੇ ਨਾਲ ਛੋਟੇ ਮੁੰਡੇ 'ਤੇ ਜਾ ਡਿੱਗਾ। ਦੋਵੇਂ ਰੋਣ ਲੱਗ ਪਏ। ਉੱਧਰ ਮਾਂ ਤੇ ਪਿਓ ਆਪੋ 'ਚ ਕੌੜੇ ਕਸੈਲੇ ਹੋ ਰਹੇ ਸਨ। ਇੱਕ ਤਕੜੀ ਕਾਵਾਂ ਰੌਲੀ ਮਚ ਗਈ ਸੀ। ਕੁਲਦੀਪ ਨੇ ਅਖਬਾਰ ਰੱਖ ਦਿੱਤਾ, ਗੱਡੀ 'ਚੋਂ ਬਾਹਰ ਨਿਕਲਿਆ ਤੇ ਨਲਕੇ ਤੋਂ ਜਾ ਕੇ ਮੂੰਹ ਹੱਥ ਧੋਤਾ, ਪਰ ਨੀਂਦਰ ਨਾਲ ਉਹਦੀਆਂ ਅੱਖਾਂ ਅਜੇ ਵੀ ਭਰੀਆਂ ਸਨ। ਕੇਵਲ ਇੱਕ ਸਟੇਸ਼ਨ ਹੋਰ ਬਾਕੀ ਸੀ, ਸਦਰ ਦਾ ਸਟੇਸ਼ਨ। ਅੰਗ 10ਵਾਂ। ਸਦਰ ਦੇ ਸਟੇਸ਼ਨ 'ਤੇ ਆ ਕੇ ਗੱਡੀ ਖੜੀ ਹੋਈ। ਕੁਲਦੀਪ ਉੱਤਰਦਾ ਹੀ ਟਾਂਗੇ 'ਚ ਸਵਾਰ ਹੋਇਆ। ਹੁਣ ਤੀਕ ਉਹਦਾ ਦਿਲ ਚਾਵਾਂ ਤੇ ਉਮੰਗਾਂ ਦੇ ਹੁਲਾਰਿਆਂ 'ਚ ਝੂਮਦਾ ਰਿਹਾ ਸੀ, ਪਰ ਟਾਂਗੇ 'ਤੇ ਚੜ੍ਹਦਿਆਂ ਧੜਕਣਾ ਸ਼ੁਰੂ ਹੋ ਗਿਆ, ਘੋੜੇ ਦੀਆਂ ਟਾਪਾਂ ਵਾਂਗ।
ਘਰ ਦੇ ਬੂਹੇ ਅੱਗੇ ਟਾਂਗਾ ਰੁਕਿਆ। ਉਤਰਨ ਤੋਂ ਪਹਿਲਾਂ ਉਹਨੇ ਉੱਪਰ ਨਿਗਾਹ ਸੁੱਟੀ। ਤਾਕੀ ਬੰਦ ਸੀ। ਇਹ ਕਿਉਂ? ਗਰਮੀ ਦੀ ਰੁੱਤ, ਬਾਰੀ ਬੰਦ। ਸ਼ਾਇਦ ਸਤਵੰਤ ਨੇ ਕੱਲ੍ਹ ਕਰਕੇ ਆਪਣੀ ਰਿਹਾਇਸ਼ ਥੱਲੇ ਕਰ ਲਈ ਹੋਵੇ। ਘਰ ਵੱਲ ਇੱਕ ਇੱਕ ਕਦਮ ਪੁੱਟਣ ਵਿੱਚ 3-3 ਵਾਰੀ ਉਹਨੂੰ ਦਿਲ ਦੀ ਧੜਕਣ ਅਨੁਭਵ ਹੁੰਦੀ ਸੀ। ਖਿਆਲ ਕਰ ਰਿਹਾ ਸੀ ਜੇ ਕਦੀ ਸਤਵੰਤ ਬਾਰੀ 'ਚੋਂ ਵੇਖ ਲੈਂਦੀ ਤਾਂ ਸੱਸ ਦੀ ਸੰਗ ਹੁੰਦਿਆਂ ਵੀ ਉੱਡ ਕੇ ਹੇਠਾਂ ਦੌੜ ਆਉਂਦੀ ਤੇ ਉਹਨੂੰ ਬਾਹਰਲੇ ਬੂਹੇ 'ਚ ਆ ਲਿਪਟਦੀ। ਉਹ ਦਿਲ 'ਚ ਸੁਖਣਾ ਸੁਖਦਾ ਜਾ ਰਿਹਾ ਸੀ, ਰੱਬ ਕਰੇ ਸਤਵੰਤ ਦੀ ਮੁਲਾਕਾਤ ਹੀ ਕੱਲ੍ਹ 'ਚ ਹੋਵੇ। ਬੂਹਾ ਆ ਗਿਆ। ਧੜਕਣ ਥੰਮ ਚੁੱਕੀ ਸੀ। ਅੰਦਰ ਵੜਿਆ। ਹੈ ਇਹ ਰੋਣ ਦੀ ਆਵਾਜ਼? ਕੀ ਘਰ ਕੋਈ? ਹੁਣ ਉਹ ਮਾਂ ਦੀ ਹਿੱਕ ਨਾਲ ਸੀ। ਵਿਹੜੇ 'ਚ ਪੱਲੇ ਪਾਈ ਬੈਠੀਆਂ ਜਨਾਨੀਆਂ ਨੇ ਉਹਦੇ ਦੁਆਲੇ ਝੁਰਮਟ ਪਾਇਆ ਸੀ। ਕੁਲਦੀਪ ਦਾ ਦਿਲ ਠਾਂ ਠਾਂ ਜਾ ਰਿਹਾ ਸੀ। ਭਾਂਤ-ਭਾਂਤ ਦੀਆਂ ਆਵਾਜ਼ਾਂ ਆ ਰਹੀਆਂ ਸਨ। ਵੇ ਕੁਲਦੀਪ, ਤੇਰਾ ਰਾਹ ਤੱਕਦੀ ਗਈ। ਛੇਕੜਲੇ ਸਵਾਸਾਂ 'ਤੇ ਵੀ ਨਜ਼ਰ ਹੇਠਾਂ ਸੜਕ ਵੱਲ ਲੱਗੀ ਰਹੀ ਹੈ। ਉਸ ਮਰਦੀ ਵੀ ਆਖੇ ਖਬਰੇ ਹੁਣੇ ਆ ਜਾਣ। ਅਜੇ ਚੌਥ ਦੀ ਗੱਲ ਏ ਭੈਣਾ, ਅੱਖਾਂ ਭਰ ਲਈਆਂ ਸੂ। ਮੈਂ ਪੁੱਛਿਆ ਕਿਉਂ? ਸਤਵੰਤ ਆਖਣ ਲੱਗੀ, ਮਾਸੀ ਸਹਿਕਦੀ ਟੁਰ ਜਾਵਾਂਗੀ। ਜ਼ੁਬਾਨ ਪਈ ਹੋਈ ਤੇ ਸਿਰ ਚੁੱਕ ਬਾਰੀ ਵੱਲ ਪਈ ਝਾਕ ਕੇ, ਹਾਏ ਜੇ ਕਦੀ ਪਰਸੋਂ ਆ ਜਾਂਦੇ ਹੋ ਤਾਂ ਖਬਰੇ ਛੇਕੜ ਦੇ ਦਰਸ਼ਨ ਮੇਲੇ ਹੀ ਹੋ ਜਾਂਦੇ। ਕੁਲਦੀਪ ਜਿੱਥੇ ਖੜੋਤਾ ਸੀ ਉੱਥੇ ਹੀ ਬੈਠ ਗਿਆ। ਉਹਦੀਆਂ ਅੱਖਾਂ 'ਚੋਂ ਅੱਥਰੂ ਨਹੀਂ ਫੁੱਟੇ, ਨਾ ਹੀ ਮੂੰਹੋਂ ਕੋਈ ਸ਼ਬਦ ਨਿਕਲਿਆ। ਪੱਥਰ ਦਾ ਪੱਥਰ ਉਹਦੇ ਚੁਫੇਰੇ ਧੁੰਦ ਜਿਹੀ ਛਾ ਗਈ। ਜਨਾਨੀਆਂ ਦੀ ਭੀੜ ਉਹਨੂੰ ਪਰਛਾਵਿਆਂ ਵਾਂਗ ਦਿਖਾਈ ਦੇਣ ਲੱਗੀ। ਮਾਂ ਦਾ ਵਿਰਲਾਪ ਸੁਣਿਆ ਨਹੀਂ ਸੀ ਜਾਂਦਾ, ਪਰ ਕੁਲਦੀਪ ਨੂੰ ਕੋਈ ਸੁੱਧ ਨਹੀਂ ਸੀ। ਉਹਨੂੰ ਇਹ ਵੀ ਨਾ ਪਤਾ ਲੱਗਾ ਕਿਹੜੇ ਵੇਲੇ ਸਾਧੂ ਸਿੰਘ ਨੇ ਉਹਨੂੰ ਜੱਫੀ 'ਚ ਲੈ ਲਿਆ। ਕੁਲਦੀਪ ਨੂੰ ਅੰਦਰ ਲਿਜਾ ਕੇ ਮੰਜੇ 'ਤੇ ਬਿਠਾਇਆ ਗਿਆ। ਉਹਨੂੰ ਕੋਈ ਪਤਾ ਨਹੀਂ ਕਿਹਨੇ ਉਹਦੇ ਮੂੰਹ ਨੂੰ ਪਾਣੀ ਜਾਂ ਸ਼ਰਬਤ ਦਾ ਗਿਲਾਸ ਲਾਇਆ। ਇਹ ਵੀ ਖਬਰ ਕੋਈ ਨਹੀਂ ਕਿ ਉਹਨੇ ਪੀਤਾ ਜਾਂ ਨਹੀਂ। ਅਜੇ ਤੀਕ ਇਹ ਹਾਦਸਾ ਉਹਨੂੰ ਸੁਪਨਾ ਹੀ ਮਾਲੂਮ ਹੋ ਰਿਹਾ ਸੀ। ਘੜੀ ਮੁੜੀ ਉਹਦੇ ਅੰਦਰੋਂ ਪ੍ਰਸ਼ਨ ਉੱਠਦਾ, ਕੀ ਸੱਚੀ ਮੁੱਚੀ ਸਤਵੰਤ ਮਰ ਗਈ? ਇਚਰਾਂ ਨੂੰ ਪੰਗੂੜੇ 'ਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ। ਹੁਣ ਕਿਤੇ ਜਾ ਕੇ ਉਹਨੂੰ ਯਕੀਨ ਹੋਇਆ ਕਿ ਸੱਚਮੁੱਚ ਸਤਵੰਤ ਇਸ ਦੁਨੀਆ 'ਤੇ ਨਹੀਂ ਰਹੀ। ਜਿਉਂ-ਜਿਉਂ ਗੁਆਂਢ ਨੇ ਕੁਲਦੀਪ ਦੀ ਆਮਦ ਸੁਣੀ, ਭੀੜ ਵਧਣੀ ਸ਼ੁਰੂ ਹੋਈ। ਅੰਦਰ ਬਾਹਰ ਭਰ ਗਿਆ। ਲੋਕੀ ਕੁਲਦੀਪ ਨੂੰ ਬੁਲਾਉਂਦੇ ਸਨ, ਪਰ ਕੀ ਕੁਲਦੀਪ ਉੱਥੇ ਹੈ ਸੀ? ਉਹਨੇ ਉਤਲੇ ਚੁਬਾਰੇ 'ਚ ਜਾਣ ਦੀ ਖਾਹਿਸ਼ ਪ੍ਰਗਟ ਕੀਤੀ। ਉਹਨੂੰ ਦੱਸਿਆ ਗਿਆ ਕਿ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਹੋਇਆ ਹੈ, ਤਾਂ ਵੀ ਉਹ ਰੁਕ ਨਾ ਸਕਿਆ। ਮਾਂ ਨੇ ਉੱਪਰ ਜਾਣੋਂ ਬਥੇਰਾ ਵਰਜਿਆ, ਪਰ ਉਹ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਉੱਪਰ ਚੜ੍ਹ ਗਿਆ। ਤ੍ਰੈ ਦਰੇ ਦਾ ਵਿਚਕਾਰਲਾ ਬੂਹਾ ਉਸ ਖੋਲ੍ਹਿਆ। ਅੰਦਰ ਵੜਦੇ ਹੀ ਉਹ ਸ਼ਰੀਂ ਦੀ ਸੁੱਕੀ ਟਹਿਣੀ, ਜਿਹੜੀ ਅਜੇ ਤੀਕ ਲਮਕ ਰਹੀ ਸੀ, ਕੁਲਦੀਪ ਦੇ ਸਿਰ ਨਾਲ ਲੜ ਕੇ ਭੁੰਜੇ ਡਿੱਗ ਪਈ। ਕੁਲਦੀਪ ਅੰਦਰ ਲੰਘਿਆ। ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਤੋਖੀ ਹੋਈ ਸੀ। ਸ਼ਾਇਦ ਗ੍ਰੰਥੀ ਸਵੇਰੇ ਸ਼ਾਮੀ ਪਾਠ ਕਰਨ ਆਉਂਦਾ ਸੀ। ਮੱਥਾ ਟੇਕ ਕੇ ਕੁਲਦੀਪ ਦਰੀ 'ਤੇ ਬੈਠ ਗਿਆ। ਕਮਰੇ 'ਚ ਉਹਨੇ ਚੌਂਈ ਪਾਸੀ ਨਜ਼ਰ ਦੌੜਾਈ। ਕਿਤੇ ਕੁਝ ਨਹੀਂ ਸੀ, ਬਿਲਕੁਲ ਖਾਲੀ। ਕੇਵਲ ਸੱਜੀ ਨੁੱਕਰੇ 2 ਟਰੰਕ ਪਏ ਸਨ। ਉਹਨੂੰ ਹਰ ਪਾਸੇ ਸਤਵੰਤ ਦੀਆਂ ਤਸਵੀਰਾਂ ਦਿਖਾਈ ਦੇਣ ਲੱਗੀਆਂ। ਇੱਥੇ ਬੈਠ ਕੇ ਗੱਲਾਂ ਕਰਦੇ ਹੁੰਦੇ ਸਾਂ। ਇੱਕ ਵਾਰੀ ਐਸ ਨੁੱਕਰੇ ਬੈਠਿਆਂ ਸਤਵੰਤ ਨੇ ਪਿੱਛੋਂ ਆ ਕੇ ਮੇਰੀਆਂ ਅੱਖਾਂ ਬੰਦ ਕਰ ਲਈਆਂ ਸਨ। ਇੱਥੇ ਬੈਠ ਕੇ ਇੱਕ ਦਿਨ ਦੋਵੇਂ ਰਲ ਕੇ ਗਾਣਾ ਗਾ ਰਹੇ ਸਾਂ। ਉੱਤੋਂ ਮਾਂ ਆ ਗਈ ਤੇ ਸਤਵੰਤ ਸ਼ਰਮ ਨਾਲ ਮਰਨ ਹਾਕੀ ਹੋ ਗਈ ਸੀ। ਤੇ ਉੱਥੇ ਬੈਠ ਕੇ ਕਈ ਰਾਤਾਂ ਅਸੀਂ ਗੱਲਾਂ, ਕਹਾਣੀਆਂ ਤੇ ਪਿਆਰ 'ਚ ਜਾਗਦਿਆਂ ਬਿਤਾਈਆਂ ਸੀ। ਜਿਉਂ-ਜਿਉਂ ਮਾਰੂ ਯਾਦਾਂ ਕੁਲਦੀਪ ਦੇ ਦਿਲ 'ਚ ਉੱਠਦੀਆਂ, ਇਹਨਾਂ ਦੀ ਤਪਸ਼ ਨਾਲ ਉਹਦਾ ਦਿਲ ਪੰਗਰ ਕੇ ਅੱਖਾਂ 'ਚ ਆਈ ਜਾਂਦਾ। ਉਹ ਬਾਹਰ ਨਿਕਲਿਆ। ਜੰਗਲੇ ਕੋਲ ਤਰਪਾਈ ਇੱਕ ਪਾਸੇ ਉਲਟੀ ਪਈ ਸੀ, ਜਿਸ ਉੱਤੋਂ ਦਵਾਈ ਵਾਲੀਆਂ ਦੋਵੇਂ ਸ਼ੀਸ਼ੀਆਂ ਹੇਠਾਂ ਡਿੱਗ ਪਈਆਂ ਸਨ। ਇੱਕ ਟੁੱਟੀ ਹੋਈ ਤੇ ਇੱਕ ਸਾਬਤ। ਕੁਝ ਪੁੜੀਆਂ ਘੱਟੇ ਮਿੱਟੀ 'ਚ ਰਲੀਆਂ ਹੋਈਆਂ ਸਨ। ਇੱਕ ਪਾਸੇ ਮਸਾਲੇ ਦੀ ਲੰਮੀ ਕੰਘੀ ਅੱਧੀ ਕੁ ਤੱਪੜ ਹੇਠ ਤੇ ਅੱਧੀ ਬਾਹਰ ਵੱਲ ਪਈ ਸੀ। ਕੁਲਦੀਪ ਨੇ ਉਸ ਕੰਘੀ ਨੂੰ ਪਛਾਣ ਲਿਆ। ਇਹ ਉਸੇ ਦੀ ਖਰੀਦ ਸੀ। ਉਹਨੇ ਟੁੱਟੇ ਦੰਦਿਆਂ 'ਤੇ ਨਜ਼ਰ ਜਮਾ ਲਈ। ਝੱਟ ਹੀ ਉਹਦੇ ਸਾਹਮਣੇ ਬਿਮਾਰ ਪਤਨੀ ਦੀ ਸ਼ਕਲ ਆ ਗਈ। ਹਫ਼ਤਿਆਂ ਤੋਂ ਅੜੇ ਬਿਖਰੇ ਵਾਲਾਂ ਨੂੰ ਕਮਜ਼ੋਰ ਹੱਥ ਨਾਲ ਵਾਹ ਰਹੀ ਸੀ, ਜਿਸ ਕਰਕੇ ਹਰ ਵਾਰੀ ਕੰਘੀ ਦਾ ਇੱਕ ਅੱਧ ਦੰਦਾ ਭੁਰ ਜਾਂਦਾ। ਇਸੇ ਹਾਲਤ ਵਿੱਚ ਉਹ ਹੋਰ ਕੁਝ ਚਿਰ ਛੱਤ 'ਤੇ ਫਿਰਦਾ ਰਿਹਾ। ਮਾਨੋ ਛੱਤ ਤੇ ਫਰਸ਼ ਪਾਸੋਂ, ਜੰਗਲੇ ਪਾਸੋਂ ਜੋ ਚੀਜ਼ ਵੇਖਦਾ ਉਸ ਪਾਸੋਂ ਸਤਵੰਤ ਦੇ ਸੁਨੇਹੇ ਤੇ ਨਿਸ਼ਾਨੀਆਂ ਪੁੱਛ ਰਿਹਾ ਸੀ, ਤੇ ਉਸ ਦਾ ਹਰ ਇੱਕ ਤਿਣਕਾ ਜਿਵੇਂ ਬੋਲ ਕੇ ਉਸ ਭਾਗਣੀ ਦੇ ਅੰਤਿਮ ਸੁਨੇਹੇ ਉਹਨੂੰ ਸੁਣਾ ਰਿਹਾ ਸੀ। ਕੁਲਦੀਪ ਤੋਂ ਹੋਰ ਸਹਾਰਾ ਨਾ ਹੋ ਸਕਿਆ। ਦਿਲ ਸ਼ਾਇਦ ਸਾਰਾ ਅੱਖਾਂ ਥਾਣੀ ਉਲਟ ਪਿਆ। ਮੁੜ ਕਮਰੇ 'ਚ ਜਾ ਵੜਿਆ। ਉਹਦੀਆਂ ਦਰਦ ਭਰੀਆਂ ਚੀਕਾਂ ਨਾਲ ਸਾਰਾ ਕਮਰਾ ਗੂੰਜ ਉੱਠਿਆ। ਹੇਠਲੀ ਭੀੜ ਉੱਪਰ ਵੱਲ ਵਧੀ। ਕੁਲਦੀਪ ਨੂੰ ਰੋਂਦੇ ਘਰਕਦੇ ਨੂੰ ਮੁੜ ਹੇਠਾਂ ਲਿਆਂਦਾ ਗਿਆ। ਅੰਗ 11ਵਾਂ। ਇੱਕ ਵੇਲੇ ਅਸੀਂ ਜਿਸ ਮੁਸੀਬਤ ਦੀ ਕਲਪਨਾ ਵੀ ਆਪਣੇ ਅੰਦਰ ਨਹੀਂ ਲਿਆ ਸਕਦੇ,
ਦੂਜੇ ਵੇਲੇ ਉਸੇ ਦਾ ਸ਼ਿਕਾਰ ਹੁੰਦੇ ਹਾਂ। ਇਕਲੌਤੇ ਪੁੱਤਰ ਦੀ ਮਾਂ ਨੂੰ ਸ਼ਾਇਦ ਔਂਤਰੀ ਹੋਣ ਦਾ ਖਿਆਲ ਕਰਦਿਆਂ ਹੀ ਗਸ਼ ਆ ਜਾਏ। ਨਵ ਸੁਹਾਗਣ ਦੇ ਕਿਆਸ ਵਿੱਚ ਵੀ ਨਹੀਂ ਆ ਸਕਦਾ ਕਿ ਵਿਧਵਾ ਹੋ ਕੇ ਉਹ ਇੱਕ ਸਾਹ ਵੀ ਕਿਸ ਤਰ੍ਹਾਂ ਲੈ ਸਕੇਗੀ। ਪਰ ਸਮੇਂ ਦਾ ਬੇਰੋਕ ਚੱਕਰ ਚੱਲਦਾ ਰਹਿੰਦਾ ਹੈ। ਇਸ 'ਚ ਅਣਹੋਣੀਆਂ ਵੀ ਹੁੰਦੀਆਂ ਰਹਿੰਦੀਆਂ ਜਿਨ੍ਹਾਂ ਦਾ ਕਿਸੇ ਨੂੰ ਚਿੱਤ ਚੇਤਾ ਨਹੀਂ ਹੁੰਦਾ। ਇਹ ਚੱਕਰ ਆਦਮੀ ਨੂੰ ਉਹ ਕੁਝ ਸਹਾਰਨ ਲਈ ਮਜਬੂਰ ਕਰ ਦਿੰਦਾ ਹੈ ਜਿਹਦੀ ਕਲਪਨਾ ਵੀ ਇੱਕ ਵੇਲੇ ਉਹਦੀ ਮੌਤ ਦਾ ਕਾਰਨ ਬਣ ਸਕਦੀ ਹੈ। ਕੁਲਦੀਪ ਉੱਤੇ ਸਮੇਂ ਦੇ ਗੇੜ ਨੇ ਅਸਹਿ ਵਾਰ ਕੀਤਾ। ਉਸ ਵੇਲੇ ਜਦੋਂ ਲਾਹੌਰ ਤੋਂ ਲੈ ਕੇ ਪਿਸ਼ਾਵਰ ਤੱਕ ਆਪਣੀ ਚਿਰ ਵਿਛੜੀ ਸੱਜਣੀ ਦੇ ਮਿਲਣ ਸੁਪਨਿਆਂ 'ਚ ਖੀਵਾ ਹੁੰਦਾ ਚਲਾ ਆਇਆ ਸੀ ਅਤੇ ਜਦ ਉਹਦੇ ਇੱਕ ਇੱਕ ਫੁਰਨੇ 'ਚ ਕਈ ਕਈ ਰੀਝਾਂ ਧੜਕ ਰਹੀਆਂ ਸੀ, ਕੀ ਕੁਲਦੀਪ ਦਾ ਦਿਲ ਇੰਨਾ ਅਸਹਿ ਵਾਰ ਸਹਾਰਨ ਜੋਗਾ ਸੀ? ਸਹਾਰਨ ਜੋਗਾ ਹੋਵੇ ਭਾਵੇਂ ਨਾ ਹੋਵੇ, ਸਮਾਂ ਇਸ ਉੱਤੇ ਵਿਚਾਰ ਨਹੀਂ ਕਰ ਸਕਦਾ। ਸੜਕ ਉੱਤੇ ਰੋਲਰ ਚੱਲਦਾ ਹੈ ਤਾਂ ਕਿ ਉਹ ਵੇਖਦਾ ਹੈ ਵੀ ਕਿਹੜਾ ਰੋੜਾ ਮੋਟਾ ਹੈ, ਕਿਹੜਾ ਬਰੀਕ ਹੈ। ਉਸ ਅੱਗੇ ਜਿਹੜਾ ਆਇਆ ਪਿੱਠਾ ਗਿਆ। ਕੁਲਦੀਪ ਅੰਦਰ ਵੜ ਮੂੰਹ ਅੱਗੇ ਡੱਕੇ ਦੇ ਦੇ ਕੇ ਬਥੇਰਾ ਰੋਇਆ। ਸਤਵੰਤ ਦੀ ਯਾਦ ਵਿੱਚ ਉਹਨੇ ਬਥੇਰੀਆਂ ਰਾਤਾਂ ਜਾਗਦਿਆਂ ਕੱਟੀਆਂ। ਭੁੱਖਿਆਂ ਤਿਹਾਇਆਂ ਰਹਿ ਕੇ ਉਹਨੇ ਬਥੇਰਾ ਲਹੂ ਸਾੜਿਆ। ਪਰ ਕੀ ਸਤਵੰਤ ਕਿਤੇ ਨੇੜੇ ਗਈ ਸੀ ਜਿੱਥੋਂ ਮੁੜ ਆਉਂਦੀ? ਉਹਨੇ ਨਾ ਆਉਣਾ ਸੀ, ਨਾ ਆਈ। ਕੁਲਦੀਪ ਦਾ ਜੀਵਨ ਸੁੰਨਾ ਤੇ ਸਖਣਾ ਸੀ। ਉਸ 'ਚ ਨਾ ਕੋਈ ਚਾਹ ਸੀ, ਨਾ ਸੱਦਰ। ਦੁਨੀਆ ਉਹਨੂੰ ਇੱਕ ਬੇਮਤਲਬ ਜਿਹੀ ਬੁਝਾਰਤ ਜਾਪਦੀ ਸੀ। ਰਹਿ ਕੇ ਸਤਵੰਤ ਦੀਆਂ ਯਾਦਾਂ ਤੇ ਉਹਦੀਆਂ ਅੰਤਿਮ ਗੱਲਾਂ ਜੋ ਹੋਰਾਂ ਤੋਂ ਸੁਣੀਆਂ ਸੀ ਉਹਦੇ ਦਿਲ ਨੂੰ ਚੀਰਦੀਆਂ। ਉਹਦਾ ਦਿਲ ਸੀਨਾ ਪਾੜ ਕੇ ਬਾਹਰ ਆਉਣ ਨੂੰ ਕਰਦਾ। ਪਰ ਆਖਰ ਤਾਂ ਇਹ ਸਭ ਕੁਝ ਫਜ਼ੂਲ ਸੀ। ਘਰਦਿਆਂ ਨੂੰ ਫਿਕਰ ਲੱਗ ਗਿਆ ਮੁੰਡੇ ਦਾ ਕੀ ਬਣੇਗਾ। ਕਿਸੇ ਦਾ ਵੀ ਖਿਆਲ ਨਹੀਂ ਸੀ ਕਿ ਵਹੁਟੀ ਦੀ ਮੌਤ ਨੂੰ ਉਹ ਇਸ ਹੱਦ ਤੱਕ ਮਹਿਸੂਸ ਕਰੇਗਾ। ਮਾਂ ਪਿਓ ਨੇ, ਆਂਢ ਗੁਆਂਢ ਤੇ ਯਾਰਾਂ ਦੋਸਤਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ। ਨਵੇਂ ਵਿਆਹ ਦੇ ਚੋਗੇ ਸੁੱਟੇ ਗਏ। ਕਈ ਥਾਵਾਂ ਤੋਂ ਸਾਕ ਵੀ ਆਉਣੇ ਸ਼ੁਰੂ ਹੋ ਗਏ। ਪਰ ਕੁਲਦੀਪ ਨੇ ਕਿਸੇ ਬੰਨੇ ਅੱਖ ਚੁੱਕ ਕੇ ਨਹੀਂ ਤੱਕਿਆ। ਉਹਦੇ ਦਿਲ ਦਾ ਜ਼ਖਮ ਅਜਿਹਾ ਨਹੀਂ ਸੀ ਜਿਹੜਾ ਇੰਨੀ ਛੇਤੀ ਮਿਲ ਜਾਂਦਾ। ਆਸੀਏ ਦੀ ਸ਼ਮਸ਼ਾਨ ਭੂਮੀ ਵਿੱਚ ਜਿਸ ਥਾਂ ਸਤਵੰਤ ਦਾ ਸੰਸਕਾਰ ਕੀਤਾ ਗਿਆ ਸੀ, ਕਦੀ ਜਾ ਕੇ ਉਹ ਘੰਟਿਆਂ ਬੱਧੀ ਉੱਥੇ ਬੈਠਾ ਰਹਿੰਦਾ। ਬੈਠਾ ਤਰ੍ਹਾਂ ਦੇ ਤਸੱਵਰ ਬਣਦਾ ਰਹਿੰਦਾ। ਇਨ੍ਹੀਂ ਦਿਨੀਂ ਸਿੰਘ ਸਭਾ ਦੇ ਗੁਰਦੁਆਰੇ ਅੰਮ੍ਰਿਤਸਰ ਦੇ ਇੱਕ ਨਿਰਮਲੇ ਮਹਾਤਮਾ ਆਏ ਹੋਏ ਸਨ, ਜਿਹੜੇ ਸਵੇਰੇ ਕਥਾ ਤੇ ਰਾਤ ਨੂੰ ਕੀਰਤਨ ਕਰਿਆ ਕਰਦੇ ਸਨ। ਕੁਲਦੀਪ ਦੋਵੇਂ ਵੇਲੇ ਜਾਇਆ ਕਰਦਾ ਸੀ। ਉਹਦੀ ਆਤਮਾ ਨੂੰ ਸੰਤਾਂ ਦੀ ਸੰਗਤ ਵਿੱਚੋਂ ਕੁਝ ਢਾਰਸ ਜਿਹੀ ਮਿਲਦੀ ਜਾਪੀ। ਉਹਨੇ ਉੱਧਰ ਰੁੱਖ ਫੇਰਿਆ। ਸੰਤਾਂ ਦੀ ਕਥਾ ਅਮੂਮਨ ਇੱਕੋ ਵਿਸ਼ੇ 'ਤੇ ਹੁੰਦੀ ਸੀ। ਸੰਸਾਰ ਅਸਤ ਹੈ, ਮੋਹ ਮਾਇਆ ਦਾ ਪਸਾਰਾ ਛਿਣ ਭੰਗਰ ਹੈ, ਸਾਕ ਨਾਤੇ ਸਭ ਝੂਠੇ ਹਨ, ਇੱਕ ਸਿਮਰਨ ਹੀ ਸਭ ਦੁੱਖਾਂ ਦਾ ਦਾਰੂ ਹੈ। ਲੋਕ ਤਾਂ ਸੰਤਾਂ ਦੀ ਕਥਾ ਨੂੰ ਸਿਰਫ ਸੁਣਦੇ ਸੀ, ਪਰ ਕੁਲਦੀਪ ਇਹਨੂੰ ਅਨੁਭਵ ਵੀ ਕਰਦਾ ਸੀ। ਉਹਨੂੰ ਸੱਚੇ ਅਰਥਾਂ 'ਚ ਸੰਸਾਰ ਅਸਤ, ਮੋਹ ਮਾਇਆ ਛਿਣ ਭੰਗਰ ਤੇ ਸਾਕ ਨਾਤੇ ਝੂਠੇ ਵਿਖਾਈ ਦੇਣ ਲੱਗ ਪਏ ਸਨ। ਤਪੇ ਹੋਏ ਲੋਹੇ ਨੂੰ ਵਦਾਣ ਦੀ ਸੱਟ ਜਿਸ ਪਾਸੇ ਮੋੜਨਾ ਚਾਹੇ ਮੋੜ ਸਕਦੀ ਹੈ। ਕੁਲਦੀਪ ਦਾ ਮਨ ਵੀ ਅੱਜ ਕੱਲ੍ਹ ਉਸੇ ਤਰ੍ਹਾਂ ਦਾ ਸੀ। ਸੰਤਾਂ ਦੇ ਬਚਨ ਤੇ ਉਹਨਾਂ ਦੀ ਤਿਆਗ ਫਿਲਾਸਫੀ ਉਸ ਉੱਤੇ ਬੜਾ ਗਹਿਰਾ ਅਸਰ ਕਰਦੀ ਜਾ ਰਹੀ ਸੀ। ਹੁਣ ਉਹ ਬਹੁਤਾ ਵਕਤ ਸੰਤਾਂ ਦੀ ਸੇਵਾ 'ਚ ਹੀ ਬਿਤਾਉਂਦਾ ਸੀ। ਸਤਵੰਤ ਦੀ ਮੌਤ ਨੂੰ 2 ਮਹੀਨੇ ਹੋ ਚੁੱਕੇ ਸਨ। ਸੰਤਾਂ ਦੀ ਕਿਰਪਾ ਨਾਲ ਕੁਲਦੀਪ ਦੇ ਜੀਵਨ ਦਾ ਰੁਖ ਬੜੀ ਤੇਜ਼ੀ ਨਾਲ ਨਿਰਵਾਣ ਵੱਲ ਪਲਟਦਾ ਜਾ ਰਿਹਾ ਸੀ। ਪਰ ਸਤਵੰਤ ਦੀ ਯਾਦ ਅਜੇ ਵੀ ਉਹਦੇ ਅੰਦਰੋਂ ਮਿਟ ਨਹੀਂ ਸੀ ਸਕੀ, ਭਾਵੇਂ ਕਿ ਉਹ ਸਾਰੇ ਯਤਨ ਕੇਵਲ ਉਹਨੂੰ ਮਿਟਾਉਣ ਲਈ ਕਰਦਾ ਸੀ। ਮਾਂ ਪਿਓ ਨੂੰ ਕੁਝ ਢਾਰਸ ਹੋਈ ਕਿ ਕੁਲਦੀਪ ਵਹੁਟੀ ਦੇ ਗਮ ਤੋਂ ਛੁਟਕਾਰਾ ਪਾ ਕੇ ਭਲੇ ਪਾਸੇ ਲੱਗ ਗਿਆ। ਖਾਸ ਕਰਕੇ ਮਾਂ ਨੂੰ, ਕਿਉਂਕਿ ਆਪ ਵੀ ਕਿਸੇ ਹੱਦ ਤੱਕ ਸਤ ਸੰਗਣ ਸੀ। ਕੁਲਦੀਪ ਦੇ ਲੜਕੇ ਦਾ ਰੰਗ ਦਿਨੋਂ ਦਿਨ ਨਿਖਰਦਾ ਆਉਂਦਾ ਸੀ। ਉਹ ਸਾਰਿਆਂ ਨੂੰ ਪਿਆਰਾ ਲੱਗਦਾ ਸੀ। ਹਰ ਕੋਈ ਉਹਨੂੰ ਕੁੱਛੜ ਲੈ ਲੈਂਦਾ। ਪਰ ਕੁਲਦੀਪ ਅੱਜ ਕੱਲ੍ਹ ਅਕਸਰ ਉਹ ਤੋਂ ਦੁਰਾਡਾ ਹੀ ਰਹਿਣ ਦੀ ਕੋਸ਼ਿਸ਼ ਕਰਦਾ। ਉਹਨੂੰ ਵੇਖਦਿਆਂ ਹੀ ਸਤਵੰਤ ਦੀ ਯਾਦ ਉਹਦੇ ਅੰਦਰ ਤਾਜ਼ਾ ਹੋ ਉੱਠਦੀ, ਜਿਸ ਨਾਲ ਸੰਤਾਂ ਦੇ ਉਪਦੇਸ਼ਾਂ ਦਾ ਅਸਰ ਮਿਟਦਾ ਦਿਖਾਈ ਦਿੰਦਾ। ਸੰਤਾਂ ਦੀ ਉਸ ਉੱਤੇ ਪੂਰਨ ਕਿਰਪਾ ਦ੍ਰਿਸ਼ਟੀ ਹੋਈ ਤੇ ਉਹਨਾਂ ਨੇ ਕੁਲਦੀਪ ਨੂੰ ਗੁਰਮੰਤਰ ਦੇ ਦਿੱਤਾ। ਕੁਲਦੀਪ ਹਰ ਵੇਲੇ ਮੰਤਰ ਵਿੱਚ ਮਸਤ ਰਹਿੰਦਾ। ਰਾਤ ਨੂੰ ਅਕਸਰ ਉਹ ਸਮਾਧੀ 'ਚ ਬੈਠਾ ਦਿਖਾਈ ਦਿੰਦਾ। ਪਰ ਕੀ ਇੰਨਾ ਕੁਝ ਕਰਨ ਤੇ ਸਤਵੰਤ ਦੀ ਯਾਦ ਉਹਦੇ ਅੰਦਰੋਂ ਮਿਟ ਗਈ? ਯਕੀਨੀ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਮੰਤਰ ਜਾਪ ਵਿੱਚੋਂ ਉਹਦੇ ਮਨ ਨੂੰ ਕਾਫੀ ਸ਼ਾਂਤੀ ਮਿਲਣ ਲੱਗ ਪਈ। ਇੱਕ ਦਿਨ ਉਹ ਸ਼ਾਮ ਵੇਲੇ ਚਮਨ 'ਚ ਫਿਰ ਰਿਹਾ ਸੀ। ਇੱਕ ਖੁੱਲ੍ਹਾ ਗਰਾਊਂਡ ਹੈ ਜਿਹੜਾ ਬਾਊ ਮਹੱਲੇ ਦੇ ਪਿਛਵਾੜੇ ਕਰਕੇ ਹੈ, ਜਿਹਨੂੰ ਚਮਨ ਸੱਦਿਆ ਜਾਂਦਾ ਹੈ। ਭਾਦਰੋਂ ਦੀ ਬਰਸਾਤੀ ਹਵਾ ਰੁਮਕ ਰਹੀ ਸੀ,
ਜਿਉਂ-ਜਿਉਂ ਹਨੇਰਾ ਫੈਲਦਾ ਜਾਂਦਾ, ਸੈਰ ਕਰਨ ਵਾਲੇ ਘਰਾਂ ਨੂੰ ਤੁਰਦੇ ਜਾ ਰਹੇ ਸਨ, ਪਰ ਕੁਲਦੀਪ ਅਜੇ ਤੱਕ ਉੱਥੇ ਹੀ ਮੌਜੂਦ ਸੀ। ਉਹਦਾ ਦਿਲ ਬੜਾ ਬੇਚੈਨ ਸੀ। ਗੁਰਮੰਤਰ ਦਾ ਜਾਪ ਉਹ ਬਰਾਬਰ ਕਰੀ ਜਾਂਦਾ ਸੀ, ਪਰ ਸਤਵੰਤ ਦੀ ਮੂਰਤ ਅੱਜ ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਅੱਗੋਂ ਦੂਰ ਹੀ ਨਹੀਂ ਸੀ ਹੁੰਦੀ। ਕਈ ਵਾਰੀ ਉਹਨੇ ਬੈਠ ਕੇ ਸਮਾਧੀ ਲਾਈ, ਕਈ ਵਾਰੀ ਉੱਠਿਆ, ਕਈ ਵਾਰ ਬੈਠਾ। ਉਹਦਾ ਮਨ ਸੀ ਕਿ ਟਿਕਣ 'ਚ ਨਹੀਂ ਸੀ ਆਉਂਦਾ, ਨਾ ਹੀ ਭਜਨ 'ਚ ਜੁੜਦਾ, ਤੇ ਜਦ ਹਨੇਰਾ ਹੋ ਗਿਆ ਤਾਂ ਉੱਠ ਕੇ ਘਰ ਵੱਲ ਤੁਰ ਪਿਆ। ਕੁਝ ਹੀ ਦੂਰ ਗਿਆ ਸੀ ਕਿ ਸਾਹਮਣੇ ਉਹਨੂੰ ਕਿਸੇ ਦੇ ਆਉਣ ਦਾ ਝੌਲਾ ਪਿਆ। ਸ਼ਾਇਦ ਕੋਈ ਸੈਰ ਕਰਨ ਵਾਲਾ ਹੋਵੇ। ਇਹ ਖਿਆਲ ਕਰਕੇ ਉਹਨੇ ਥੋੜ੍ਹਾ ਜਿਹਾ ਰਾਹ ਬੁਲਾ ਲਿਆ। ਹੋਰ ਥੋੜ੍ਹੀ ਦੇਰ ਤੱਕ ਉਹ ਬਿਲਕੁਲ ਨੇੜੇ ਆ ਗਿਆ। ਕੁਲਦੀਪ ਨੇ ਉਹਨੂੰ ਝਟ ਪਛਾਣ ਲਿਆ। ਇਹ ਸਰੋਜ ਸੀ। ਸਰੋਜ ਜੀ, ਉਹਨੇ ਆਦਰ ਨਾਲ ਕਿਹਾ, ਤੁਸੀਂ ਇਸ ਵੇਲੇ? ਤੇ ਨਾਲ ਹੀ ਕਈ ਸੁੱਤੀਆਂ ਯਾਦਾਂ ਉਹਦੇ ਹਿਰਦੇ 'ਚ ਜਾਗ ਉੱਠੀਆਂ। ਹਾਂ ਕੁਲਦੀਪ ਜੀ, ਮੈਂ, ਸਰੋਜ ਨੇ ਉੱਤਰ 'ਚ ਕਿਹਾ। ਪਰ ਮੇਰਾ ਤਾਂ ਖਿਆਲ ਸੀ ਤੁਸੀਂ ਪਹਾੜ ਚਲੇ ਗਏ ਹੋਵੋਗੇ। ਜਾਣਾ ਸੀ, ਪਰ ਬਿਨਾਂ ਇੱਕ ਦੂਜੇ ਨੂੰ ਕੁਝ ਕਿਹਾ ਦੋਵੇਂ ਉੱਥੇ ਹੀ ਘਾਹ 'ਤੇ ਬੈਠ ਗਏ। ਧੰਨਵਾਦ। ਚੱਲਦਾ।